हाँ जी वीरो, सत श्री अकाल जी। वीरो, मसला बनया होया इंद्रजीत निक्कू दा भी एक साध दे जाके पैरां 'च बैठ गया, एक बाबे दे पैरां 'च बैठ गया ते बाबे ने वीडियो जिहड़ी आ वायरल कर दित्ती है ना। पहली गल तो मैं पंजाबियां ते इस गल तो हैरान हो जाना भी एक गायक सिर दे उपर दस्तार बन लैंदा ते असी ਉਹਦੇ ਇੰਨੇ ਜ਼ਿਆਦਾ ਤਕੜੇ ਫੈਨ ਬਣ ਜਾਂਦੇ ਆ ਵੀ ਉਹਨੇ ਪੱਗ ਬੰਨ੍ਹ ਲਈ ਤੇ ਹੁਣ ਅਸੀਂ ਪੱਗ ਬੰਨ੍ਹਿਆ ਕਰਨੀ ਆ। ਹੁਣ ਉਹ ਇਸ ਢੰਗ ਦੀ ਬਟਾਂ ਵਾਲੀ ਪੱਗ ਬੰਨ੍ਹਣ ਲੱਗ ਗਿਆ, ਹੁਣ ਉਹ ਲੜ ਚਿਣਕੇ ਪੱਗ ਬੰਨ੍ਹਣ ਲੱਗ ਗਿਆ। ਅਸੀਂ ਉਹਦੇ ਫੈਨ ਆ ਜੀ। ਉਹਨੇ ਸਾਨੂੰ ਇੱਧਰਲੇ ਪਾਸੇ ਨੂੰ ਉਹਨੇ ਸਾਨੂੰ ਦੱਸਿਆ ਵੀ ਅਸੀਂ ਸਰਦਾਰ ਕੌਣ ਹੁੰਦੇ ਆ ਨਾ। ਦੂਜੇ ਨੰਬਰ ਦੇ ਉੱਪਰ ਕਦੇ ਇਹ ਗੱਲ ਵੀਰੋ ਸੋਚੀ ਹੈ ਵੀ ਜਦੋਂ ਇੱਕ ਗਾਉਣ ਵਾਲਾ ਕਿਸੇ ਡੇਰੇ ਦੇ ਉੱਪਰ ਜਾ ਕੇ, ਖਾਸ ਕਰ ਗੁਰਦਾਸ ਮਾਨ ਵਰਗੇ ਜਦੋਂ ਕਿਸੇ ਡੇਰੇ ਦੇ ਉੱਪਰ ਜਾ ਕੇ ਪੈਰਾਂ ਦੇ ਵਿੱਚ ਝਾਂਜਰਾ ਪਾ ਕੇ, ਪੈਰਾਂ ਦੇ ਵਿੱਚ ਘੁੰਗਰੂ ਬੰਨ੍ਹ ਕੇ ਨੱਚਦੇ ਨੇ ਤਾਂ ਸਾਡੇ ਪੰਜਾਬੀ ਅਖਵਾਉਣ ਵਾਲੇ ਉਹਨਾਂ ਦੇ ਪਿੱਛੇ ਲੱਗ ਕੇ ਉਹ ਸੂਟੇ ਲਾਉਣ ਵਾਲੇ ਡੇਰਿਆਂ ਦੇ ਵਿੱਚ ਜਾ ਜਾ ਕੇ ਕੀ ਕੁਛ ਕਰਦੇ ਨੇ। ਕਦੇ ਆਹ ਗੱਲਾਂ ਸੋਚੀਆਂ ਨੇ? ਸਿਰ ਦੇ ਉੱਪਰ ਦਸਤਾਰ ਬੰਨ੍ਹਦਾ ਇੱਕ ਗਾਇਕ ਤੇ ਸਾਨੂੰ ਲੱਗਦਾ ਵੀ ਹਾਂ ਅਸੀਂ ਇਹ ਤੋਂ ਸਿੱਖਿਆ ਲਈਏ, ਇਹ ਤੋਂ ਅਸੀਂ ਸਿੱਖਿਆ ਵੀ ਸਿਰ ਦੇ ਉੱਪਰ ਦਸਤਾਰ ਕਿਵੇਂ ਬੰਨ੍ਹਣੀ ਹੈ। ਇਹਦਾ ਮਤਲਬ ਅਸੀਂ ਇੱਕ ਗਾਇਕ ਤੋਂ ਸਿੱਖ ਰਹੇ ਹਾਂ ਨਾ। ਤੇ ਉਹੀ ਗਾਇਕ ਜਦੋਂ ਇਦਾਂ ਜਾ ਕੇ ਬਾਬਿਆਂ ਦੇ ਪੈਰਾਂ ਦੇ ਵਿੱਚ ਬੈਠਦੇ ਨੇ ਤੇ ਹੁਣ ਇੰਦਰਜੀਤ ਨਿੱਕੂ ਬੈਠ ਗਿਆ ਤੇ ਇਹਦਾ ਮਤਲਬ ਇਹੀ ਹੋਇਆ ਨਾ ਹੁਣ ਜਿਹੜੇ ਉਹਦੇ ਫੈਨ ਨੇ ਉਹ ਜਾ ਕੇ ਉਹ ਵੀ ਬੈਠ ਜਾਣਗੇ ਬਾਬੇ ਦੇ ਪੈਰਾਂ ਦੇ ਵਿੱਚ। ਕਿਉਂ ਯਾਰ, ਅਸੀਂ ਡੇਰਿਆਂ ਨੂੰ ਪ੍ਰਮੋਟ ਕਰਨ ਲੱਗੇ ਹੋਏ ਆ। ਹੁਣ ਕਈ ਕਹਿੰਦੇ ਨੇ ਜੀ, ਮੈਂ ਕਮੈਂਟ ਪੜ੍ਹ ਰਿਹਾ ਸੀ, ਕਈ ਕਹਿੰਦੇ ਜੀ ਉਹਦੀ ਮਜਬੂਰੀ ਬਣ ਗਈ। ਯਾਰ ਕਿਹੜੀ ਮਜਬੂਰੀ ਬਣ ਗਈ? ਗੱਲਾਂ ਤੁਸੀਂ ਸਰਦਾਰੀ ਦੀਆਂ ਕਰਦੇ ਰਹੇ ਹੋ, ਗੱਲਾਂ ਤੁਸੀਂ ਕਰਦੇ ਰਹੇ ਆ ਵੀ ਹਾਂ ਅਸੀਂ ਦੱਸਦੇ ਆ ਵੀ ਅਸੀਂ ਸਰਦਾਰ ਹੁੰਨੇ ਆ, ਹੈ ਨਾ। 20 ਸਾਲ ਪਹਿਲਾਂ ਵੇਖੋ ਜਦ ਇੰਦਰਜੀਤ ਨਿੱਕੂ ਦੀ ਵਧੀਆ ਚੜ੍ਹਾਈ ਹੁੰਦੀ ਸੀ, ਉਦੋਂ ਨੌਜਵਾਨਾਂ ਨੇ ਬੜਾ ਕਹਿਣਾ ਵੀ ਹਾਂ ਜੀ ਇੰਦਰਜੀਤ ਤੋਂ ਨਿੱਕੂ ਵਰਗੀ ਪੱਗ ਬੰਨ੍ਹਣੀ ਆ ਨਾ। ਤੇ ਇੰਦਰਜੀਤ ਨਿੱਕੂ ਇੱਦਾਂ, ਇੰਦਰਜੀਤ ਨਿੱਕੂ ਇੱਦਾਂ ਇੰਦੇ ਦੇ ਫਿਰ ਅਸੀਂ ਕਿਹੜੇ ਖਰਚੇ ਇੰਨੇ ਜ਼ਿਆਦਾ ਕਰ ਲਏ ਵੀ ਅੱਜ ਸਾਡਾ ਜਿਹੜਾ ਹੈਗਾ ਮਾਨਸਿਕ ਪੱਧਰ, ਸਾਡਾ ਜਿਹੜਾ ਸਮਾਜਿਕ ਪੱਧਰ ਵੀ ਲਾ ਲਓ, ਅਸੀਂ ਸਮਾਜਿਕ ਵਿੱਚ ਇੰਨਾ ਜ਼ਿਆਦਾ ਗਿਰ ਗਏ ਵੀ ਇੰਨੇ ਜ਼ਿਆਦਾ ਅਸੀਂ ਕਿਹੜੇ ਖਰਚੇ ਕਰ ਲਏ ਵੀ ਹਾਂ ਜਿਹੜਾ ਅੱਜ ਸਾਡੇ ਸਿਰ ਤੇ ਕਰਜ਼ਾ ਚੜ੍ਹ ਗਿਆ ਤੇ ਸਾਤੋਂ ਕਰਜ਼ਾ ਨਹੀਂ ਲੱਥ ਰਿਹਾ। ਵਧੀਆ ਅਖਾੜੇ ਲੱਗਦੇ ਸੀ, ਵਧੀਆ ਪ੍ਰੋਗਰਾਮ ਕੀਤੇ ਜਾ ਰਹੇ ਸੀ। 10 ਸਾਲਾਂ ਤੋਂ ਲਗਭਗ ਇੰਦਰਜੀਤ ਨਿੱਕੂ ਜਿਹੜਾ ਉਹ ਕਿਸੇ ਦੇ ਸਾਹਮਣੇ ਹੀ ਨਹੀਂ ਆਇਆ ਤੇ ਕੀ ਗੱਲ ਹੋ ਗਈ ਸੀ? ਦੂਜੀ ਗੱਲ, ਬਹੁਤ ਸਾਰੇ ਤੁਸੀਂ ਪਹਿਲਵਾਨ ਦੇਖੋ, ਉਹਨਾਂ ਨੇ ਸਾਰੀ ਜ਼ਿੰਦਗੀ ਜਿਹੜੀ ਆ ਉਹ ਪਹਿਲਵਾਨੀ ਥੋੜ੍ਹੀ ਕੀਤੀ ਆ। ਬਹੁਤ ਸਾਰੇ ਖੇਡਣ ਵਾਲੇ ਉਹ ਸਾਰੇ ਜ਼ਿੰਦਗੀ ਜਿਹੜੇ ਕਬੱਡੀ ਉਹ ਥੋੜ੍ਹੀ ਖੇਡਦੇ ਰਹੇ ਨੇ। ਬਹੁਤ ਸਾਰੇ ਤੁਹਾਨੂੰ ਹਾਕੀ ਖੇਡਣ ਵਾਲੇ ਮਿਲ ਜਾਣਗੇ, ਉਹਨਾਂ ਨੇ ਸਾਰੀ ਜ਼ਿੰਦਗੀ ਹਾਕੀ ਉਹ ਥੋੜ੍ਹੀ ਖੇਡੀ ਹੈ ਯਾਰ। ਬਹੁਤ ਸਾਰੇ ਇੱਦਾਂ ਦੇ ਗਾਉਣ ਵਾਲੇ ਵੀ ਮਿਲ ਜਾਣਗੇ ਜਿਹੜੇ ਇੱਕ ਚੰਗੇ ਗਾਉਣ ਵਾਲੇ ਸੀ, ਉਹਨਾਂ ਦਾ ਨਹੀਂ ਲੋਟ ਆਇਆ, ਉਹਨਾਂ ਨੇ ਕਿੱਤਾ ਕੋਈ ਹੋਰ ਚੁਣ ਲਿਆ। ਤੇ ਕਰਜ਼ਾ ਲਾਉਣ ਦੇ ਲਈ ਕਿੱਤਾ ਕੁਝ ਹੋਰ ਵੀ ਚੁਣਿਆ ਜਾ ਸਕਦਾ ਨਾ। ਜਦ ਸਾਡੀ ਹੁਣ ਚੜ੍ਹਾਈ ਹੋਈ ਨਹੀਂ ਹੈਗੀ, ਜਦ ਹੁਣ ਸਾਨੂੰ ਕੋਈ ਜਾਣਦਾ ਹੀ ਨਹੀਂ ਹੈਗਾ, ਜਿਹੜੀ ਹੁਣ ਦੀ ਗਾਇਕੀ ਹੋ ਗਈ ਹੈ ਵੀ ਆਪਣੇ ਆਪ ਨੂੰ ਬੜੇ ਉੱਚੇ ਲੈਵਲ ਦੇ ਦੱਸਣਾ ਇਹਨਾਂ ਨੇ ਸ਼ੁਰੂ ਕਰਤਾ। ਜਦ ਤੇਰੇ ਕੋਈ ਨੰਬਰ ਹੀ ਨਹੀਂ ਹੈਗੇ ਯਾਰ, ਕਿੱਤਾ ਕੋਈ ਹੋਰ ਸ਼ੁਰੂ ਕਰ ਲਓ। ਪਰ ਆਹ ਸਾਧਾਂ ਨੂੰ ਜਾ ਕੇ ਹੈ ਨਾ, ਇਹਨਾਂ ਬਾਬਿਆਂ ਨੂੰ ਪ੍ਰਮੋਟ ਕਰਨਾ। ਕਦੇ ਗੁਰਦਾਸ ਮਾਨ ਵਰਗੇ ਜਾ ਕੇ ਇੱਥੇ ਨਕੋਦਰ ਬੈਠ ਜਾਂਦੇ ਨੇ ਤੇ ਸਾਡੇ ਨੌਜਵਾਨ, ਮੈਂ ਅਕਸਰ ਪਹਿਲਾਂ ਵੀ ਬੇਨਤੀ ਕਰਦਾ ਹੁੰਦਾ ਵੀ ਸਾਡੇ ਨੌਜਵਾਨਾਂ ਨੂੰ ਮਸਤਾਂ ਦੇ ਡੇਰਿਆਂ ਦੇ ਉੱਪਰ ਲੈ ਕੇ ਜਾਣ ਵਾਲਾ, ਸੂਟੇ ਲਵਾਉਣ ਵਾਲਾ ਗੁਰਦਾਸ ਮਾਨ ਹੈ। ਹੁਣ ਕਈ ਕਹਿਣਗੇ ਵੀ ਉਹ ਕਿਹੜਾ ਫੜ ਕੇ ਲੈ ਕੇ ਜਾਂਦਾ ਸੀ। ਵੀਰੋ, ਫੜ ਕੇ ਕੋਈ ਕਿਸੇ ਨੂੰ ਨਹੀਂ ਲੈ ਕੇ ਜਾਂਦਾ ਹੁੰਦਾ। ਕਈ ਅੰਨੇ ਭਗਤ ਹੁੰਦੇ ਨੇ, ਜਿਵੇਂ ਇੰਦਰਜੀਤ ਨਿੱਕੂ ਦੇ ਕਈ ਅੰਨੇ ਭਗਤ ਹੋਣਗੇ, ਇਸੇ ਤਰ੍ਹਾਂ ਗੁਰਦਾਸ ਮਾਨ ਦੇ ਵੀ ਇੰਨੇ ਭਗਤ ਸੀਗੇ। ਇਸੇ ਤਰ੍ਹਾਂ ਗਾਇਕਾਂ ਦੇ ਇੰਨੇ ਭਗਤ ਨੇ। ਜਿਵੇਂ ਜਿਵੇਂ ਕੋਈ ਉਹ ਗਾਇਕ ਚੱਲਦੇ ਨੇ ਉਸ ਢੰਗ ਦੇ ਨਾਲ ਉਹਨੇ ਭਗਤ ਵੀ ਨਾਲ ਹੀ ਚੱਲਦੇ ਨੇ। ਜਦ ਸਰਦਾਰੀ ਦੀ ਗੱਲ ਆਉਂਦੀ ਹੈ, ਹੁਣ ਕਈ ਬੰਦੇ ਕਹਿਣਗੇ ਜੀ ਉਹਨੇ ਦਸਤਾਰ ਨੂੰ ਪ੍ਰਮੋਟ ਕੀਤਾ। ਅੱਛਾ, ਦਸਤਾਰ ਫਿਰ ਸਿਰ ਦੇ ਉੱਪਰ ਬੰਨ੍ਹਣੀ ਤੇ ਅੰਦਰੋਂ ਵਾਲ ਕਟਾ ਦੇਣੇ, ਇਹ ਕਿਹੜੀ ਸਰਦਾਰੀ ਨੂੰ ਪ੍ਰਮੋਟ ਕਰਨ ਵਾਲੀ ਗੱਲ ਆ ਬਈ? ਇਹ ਕਿਹੜੀ ਸਰਦਾਰੀ ਹੈ? ਸਰਦਾਰ ਹੁੰਦਾ ਸੀ ਦਾੜਾ ਪ੍ਰਕਾਸ਼ ਹੋਵੇ, ਸਰਦਾਰ ਹੁੰਦਾ ਸੀ ਸਿਰ ਦੇ ਉੱਪਰ ਦਸਤਾਰ ਬੰਦੀ ਹੋਵੇ, ਸਿਰ ਦੇ ਉੱਪਰ ਜੂੜਾ ਕੀਤਾ ਹੋਵੇ, ਉਹਨੂੰ ਸਰਦਾਰ ਕਹਿੰਦੇ ਸੀ। ਤੇ ਅਸੀਂ ਕੀ ਪ੍ਰਮੋਟ ਕਰਨ ਲੱਗੇ ਹੋਏ ਆ? ਅੰਦਰੋਂ ਜਾ ਕੇ ਨਾਈ ਦੀ ਦੁਕਾਨ ਤੇ ਬੈਠਦੇ ਆ, ਦਾੜੀ ਕਟਾਈ ਹੋਈ ਆ ਤੇ ਸਿਰ ਦੇ ਉੱਪਰ ਦਸਤਾਰ ਸਜਾਈ ਹੋਈ ਆ। ਮੈਂ ਅਕਸਰ ਗੱਲ ਕਰਦਾ ਹੁੰਦਾ, ਉੱਪਰੋਂ ਥੱਲੇ ਮੰਦਿਰ, ਉੱਪਰ ਗੁਰਦੁਆਰਾ, ਥੱਲੇ ਮੰਦਿਰ ਬਣਾਇਆ ਹੋਇਆ, ਉੱਪਰ ਗੁਰਦੁਆਰਾ, ਉੱਪਰ ਸਰਦਾਰ, ਉੱਪਰ ਦਸਤਾਰ ਬੰਨੀ ਆ ਤੇ ਹੇਠਲੇ ਪਾਸੋਂ ਗੰਜੇ ਹੋਏ ਆ। ਮੈਂ ਇਹ ਨਹੀਂ ਕਹਿੰਦਾ ਵੀ ਹਾਂ ਰੋਡੇ ਜਿਹੜੇ ਵੀਰ ਹੁੰਦੇ ਨੇ ਉਹ ਮਾੜੇ ਹੁੰਦੇ ਨੇ, ਪਰ ਦੂਸਰਾ ਪੱਖ ਵੀਰੋ ਇਹ ਵੀ ਲਾ ਕੇ ਚੱਲੋ ਵੀ ਜੇ ਅਸੀਂ ਗਾਇਕਾਂ ਨੂੰ ਇਹ ਗੱਲ ਕਹਿੰਦੇ ਆ ਵੀ ਹਾਂ ਇਹ ਗਾਇਕੀ ਨੇ ਸਾਨੂੰ ਦੱਸਿਆ ਜੀ ਦਸਤਾਰ ਕਿਵੇਂ ਬੰਨ੍ਹਣੀ ਆ, ਗਾਇਕਾਂ ਨੇ ਸਰਦਾਰੀ ਨੂੰ ਪ੍ਰਮੋਟ ਕੀਤਾ। ਗਾਇਕਾਂ ਨੇ ਜਿਹੜੀ ਸਰਦਾਰੀ ਪ੍ਰਮੋਟ ਕੀਤੀ ਹੈ ਉਹ ਅਸਲ ਵਿੱਚ ਸਰਦਾਰੀ ਵੀਰੋ ਹੈ ਹੀ ਨਹੀਂ।
ਉਹ ਸਰਦਾਰੀ ਨਹੀਂ। ਜੇ ਉਹ ਸਰਦਾਰੀ ਹੁੰਦੀ ਤੇ ਅੱਜ ਉਸ ਬਾਬੇ ਦੇ ਪੈਰਾਂ ਦੇ ਵਿੱਚ ਜਾ ਕੇ ਬੈਠਦੇ ਅਸੀਂ। ਹੁਣ ਦੇ ਫਾਲੋਅਰ ਵੀ ਜਾ ਕੇ ਉੱਥੇ ਨਾਲ ਬੈਠਣਗੇ। ਹੁਣ ਬਾਬੇ ਨੇ ਉਦੋਂ ਜ਼ਿਆਦਾ ਚੜ੍ਹਾਈ ਕਰ ਦੇਣੀ ਹੈ। ਬਾਬੇ ਨੇ ਕਹਿਣਾ ਦੇਖਿਆ ਨਾ ਮੇਰੇ ਡੇਰੇ ਤੇ ਆਇਆ, ਤੇ ਹੁਣ ਹੋ ਗਈ ਨਾ ਬੱਲੇ ਬੱਲੇ। ਹੁਣ ਸਪਾਂਸਰਾਂ ਵੀ ਬਾਹਰੋਂ ਆਉਣ ਲੱਗ ਗਈਆਂ। ਬਾਬੇ ਨੇ ਕਹਿਣਾ ਹੁਣ ਦੇਖਿਆ, ਹੁਣ ਖਾੜੇ ਵੀ ਲੱਗਣ ਲੱਗ ਗਏ, ਕਿਉਂਕਿ ਹੁਣ ਸੁਭਾਵਿਕ ਹੀ ਇਹ ਚੀਜ਼ਾਂ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ। ਪਰ ਅਸੀਂ ਵੀਰੋ ਇਸ ਢੰਗ ਦੇ ਨਾਲ ਲੱਗੇ ਹੋਏ ਆ। ਮੈਂ ਹੈਰਾਨ ਹੋ ਜਾਂਦਾ। ਫੇਸਬੁੱਕ ਜਿਹੜੀ ਆ ਉਹ ਸਵੇਰ ਦੀ ਭਰੀ ਪਈ ਆ। ਉਹਦੇ ਆਪਣੇ ਸਪੋਰਟਰ ਨੇ, ਬਾਬੇ ਦੇ ਆਪਣੇ ਸਪੋਰਟਰ ਨੇ। ਕੋਈ ਨਿੱਕੂ ਨੂੰ ਮਾੜਾ ਕਹਿ ਰਿਹਾ, ਕੋਈ ਬਾਬੇ ਨੂੰ ਚੰਗਾ ਕਹਿ ਰਿਹਾ, ਕੋਈ ਨਿੱਕੂ ਨੂੰ ਗਾਲਾਂ ਕੱਢ ਰਿਹਾ ਵੀ ਇਹ ਸਾਧ ਦੇ ਪੈਰਾਂ ਵਿੱਚ ਜਾ ਕੇ ਕਿਉਂ ਬੈਠਿਆ। ਇਹ ਸਾਰੀਆਂ ਚੀਜ਼ਾਂ ਹੋ ਰਹੀਆਂ, ਪਰ ਪੱਖ ਦੋਹਾਂ ਨੂੰ ਲੈ ਕੇ ਚੱਲਣਾ ਪਵੇਗਾ। ਇਹੋ ਜਿਹੀ ਕਿਹੜੀ ਮਜਬੂਰੀ ਬਣ ਗਈ ਸੀ? ਇੱਕ ਪਾਸੇ ਤੇ ਅਸੀਂ ਗੱਲੇ ਕਰਦੇ ਹਾਂ ਵੀ ਅਸੀਂ ਸਰਦਾਰ ਹੁੰਨੇ ਆ, ਵੀ ਸਾਡੀਆਂ ਗੱਲਾਂ ਹੁੰਦੀਆਂ ਨੇ ਵੀ ਅਸੀਂ ਤੇ ਆਰਿਆਂ ਦੇ ਥੱਲੇ ਵੀ ਨਹੀਂ ਡੋਲੇ, ਇੱਥੇ ਬੰਦ ਕਟਵਾ ਲਏ ਤਾਂ ਫਿਰ ਵੀ ਨਹੀਂ ਡੋਲੇ, ਹਨਾ। ਸਾਡੇ ਗੁਰੂ ਸਾਹਿਬਾਨਾਂ ਸਿਰ ਦੇ ਉੱਪਰ ਸੀਸ ਦੇ ਆਪਣੇ ਰੇਤ ਤੱਕ ਪਵਾ ਲਈ। ਕਿਹੜੀਆਂ ਕੁਰਬਾਨੀਆਂ ਸਾਡੇ ਗੁਰੂ ਸਾਹਿਬ ਨੇ ਕੀਤੀਆਂ, ਸਾਡੇ ਜੁਝਾਰੂ ਕੀਤੀਆਂ, ਹਨਾ। ਇੱਕ ਪਾਸੇ ਤੇ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ, ਤੇ ਦੂਸਰੇ ਪਾਸੇ ਛੋਟੀ ਜੀ ਦੀ ਗੱਲ ਦੇ ਪਿੱਛੇ ਅਸੀਂ ਡੋਲ ਕੇ ਜਾ ਕੇ ਉਸ ਬਾਬੇ ਦੇ ਪੈਰਾਂ ਦੇ ਵਿੱਚ ਬੈਠ ਜਾਂਦੇ ਹਾਂ। ਇਹ ਹੁਣ ਕਿੰਨੀ ਕੁ ਇੱਜ਼ਤ ਬਣ ਰਹੀ ਹੈ ਸਾਡੀ। ਹੁਣ ਬਾਬਾ ਜੀ ਤੁਹਾਨੂੰ ਪੈਸੇ ਦੇ ਦੇਣਗੇ, ਤੁਹਾਡਾ ਕਰਜ਼ਾ ਲਾ ਦੇਣਗੇ, ਹਨਾ। ਗੱਲ ਮੈਂ ਉਹੀ ਗੱਲ ਜਿਹੜੀ ਮੈਂ ਸ਼ੁਰੂ 'ਚ ਕੀਤੀ ਹੈ ਵੀ ਜਿਹੜੇ ਇਹ ਗਾਇਕ ਹੁੰਦੇ ਨੇ, ਲੋਕ ਇਹਨਾਂ ਦੇ ਪਿੱਛੇ ਲੱਗ ਕੇ ਤੁਰਦੇ ਨੇ। ਕੋਈ ਮਸਤਾਂ ਦੇ ਜਾ ਵੜਿਆ, ਉੱਥੇ ਨੱਚਣਾ ਸ਼ੁਰੂ ਕਰਤਾ। ਕੋਈ ਡੇਰਿਆਂ ਤੇ ਜਾ ਵੜਿਆ, ਉੱਥੇ ਜਾ ਕੇ ਗੀਤ ਗਾਉਣੇ ਸ਼ੁਰੂ ਕਰਤੇ। ਕਿਸੇ ਨੇ ਲਾਲ ਜੀ ਚੁੰਨੀ ਸਿਰ ਦੇ ਉੱਪਰ ਬੰਨ੍ਹ ਲਈ, ਉੱਥੇ ਜਾ ਕੇ ਗੀਤ ਗਾਉਣੇ ਸ਼ੁਰੂ ਕਰਤੇ। ਤੇ ਸਾਡਾ ਭਾਈਚਾਰਾ ਚਲੋ ਉਧਰ ਨੂੰ। ਇਸ ਲਈ ਗਾਇਕਾਂ ਦਾ ਜਿਹੜਾ ਕਿਰਦਾਰ ਹੁੰਦਾ ਹੈ, ਗਾਇਕਾਂ ਦੀ ਜਿਹੜੀ ਸੋਚ ਹੁੰਦੀ ਹੈ, ਗਾਇਕਾਂ ਦਾ ਜਿਹੜਾ ਜੀਵਨ ਹੁੰਦਾ ਹੈ, ਉਹ ਹੋਰ ਹੁੰਦਾ ਹੈ। ਇੱਕ ਚੰਗੇ ਇਨਸਾਨ ਦਾ ਜੀਵਨ ਕੁਝ ਹੋਰ ਹੁੰਦਾ ਹੈ। ਅਸੀਂ ਇਹਨਾਂ ਦੇ ਪਿੱਛੇ ਨਹੀਂ ਲੱਗਣਾ। ਅਸੀਂ ਗੁਰੂ ਸਾਹਿਬਾਨਾਂ ਤੋਂ ਸਿੱਖਣਾ, ਅਸੀਂ ਆਪਣੇ ਜੁਝਾਰੂ ਸੂਰਮਿਆਂ ਤੋਂ ਸਿੱਖਣਾ। ਅਸੀਂ ਜਿਹੜੇ ਸਾਡੇ ਮੇਨ ਆਗੂ ਹੁੰਦੇ ਨੇ, ਜਿਹੜੇ ਸਾਡੇ ਮੇਨ ਧਰਮ ਦੇ ਆਗੂ, ਸਾਡੇ ਪੁਰਾਤਨ ਗੁਰਸਿੱਖ ਪਿਆਰੇ, ਸਾਡਾ ਸਿੱਖ ਇਤਿਹਾਸ, ਅਸੀਂ ਉਹਨਾਂ ਤੋਂ ਸਿੱਖਣਾ। ਹੁਣ ਇਹ ਬਾਹਮਣ ਨੇ ਦੱਸਿਆ ਕਿਸੇ ਨੇ ਵੀ ਹਾਂ ਇੱਕੋ ਇੱਕ ਜੌਬ ਕਰਨੀ ਆ, ਤੇਰੀ ਗਾਇਕੀ ਨਹੀਂ ਚੱਲਦੀ, ਤੂੰ ਹੋਰ ਕੋਈ ਕੰਮ ਸ਼ੁਰੂ ਕਰ ਲਾ, ਹੋਰ ਬਿਜ਼ਨਸ ਸ਼ੁਰੂ ਕਰ ਲਾ। ਜਦ ਤੱਕ ਤੈਨੂੰ ਲੱਖਾਂ ਕਰੋੜਾਂ ਰੁਪਈਆ ਬਣਦਾ ਸੀ ਭਾਈ ਇੰਦਰਜੀਤ ਸਿੰਘ ਨਿੱਕੂ ਜੀ, ਜਦੋਂ ਲੱਖਾਂ ਕਰੋੜਾਂ ਰੁਪਈਆ ਬਣਦਾ ਸੀ ਤੈਨੂੰ, ਉਦੋਂ ਤਾਂ ਅਸੀਂ ਕਿੱਧਰਲੇ ਪਾਸੇ ਨੂੰ ਪੈਸੇ ਅੜਾਏ, ਉਦੋਂ ਕਿੱਧਰਲੇ ਪਾਸੇ ਨੂੰ ਫੂਕੇ, ਉਦੋਂ ਕੀ ਕੁਛ ਕਰਿਆ ਸਾਨੂੰ ਦੱਸਣ ਦੀ ਲੋੜ ਨਹੀਂ। ਇਹ ਤੇਰੀ ਜ਼ਮੀਰ ਦੱਸੂਗੀ। ਇਹ ਤੂੰ ਅੰਦਰੋਂ ਸੋਚ ਆਪਣਾ ਵੀ ਉਦੋਂ ਅਸੀਂ ਉਹ ਖਰਚਾ ਕਿੱਥੇ। ਸਿਆਣੇ ਕਹਿੰਦੇ ਹੁੰਦੇ ਸੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨੇ। ਭਾਈ ਚਾਦਰ ਦੇਖ ਕੇ ਪੈਰ ਪਸਾਰੋ, ਸਾਡੇ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ। ਜਦੋਂ ਲੱਖਾਂ ਰੁਪਈਆ ਖਾੜਿਆਂ ਦਾ ਲੈਂਦੇ ਸੀ, ਕਰੋੜਾਂ ਰੁਪਈਆ ਕੋਲੇ ਸੀ, ਟੌਪ ਦੀਆਂ ਗੱਡੀਆਂ ਕੋਲੇ ਸੀ, ਕੋਠੀ ਸੀ, ਉਦੋਂ ਕੀ ਕੀਤਾ ਅਸੀਂ? ਉਦੋਂ ਉਹ ਪੈਸਾ ਸੰਭਾਲਿਆ ਕਿਉਂ ਨਹੀਂ ਬਈ? ਗਾਇਕੀ ਕਿਉਂ ਛੱਡੀ? ਹੁਣ ਜਾ ਕੇ ਉੱਥੇ ਵੀਡੀਓ ਬਣਾ ਕੇ ਅਗਲੇ ਨੇ ਪਾਤੀ, ਹੁਣ ਝਾਕੀ ਚੱਲ। ਪਹਿਲਾਂ ਮਾਸਕ ਲਾਈ ਬੈਠਾ, ਸਿਰ ਤੇ ਟੋਪੀ ਲਈ ਹੈ। ਦਸਤਾਰ ਨੂੰ ਪ੍ਰਮੋਟ ਕਰਨ ਵਾਲਾ ਸਿਰ ਤੇ ਟੋਪੀ ਲਈ ਹੈ, ਮੂੰਹ ਤੇ ਮਾਸਕ ਲਾਇਆ, ਉਹਨੇ ਮੂੰਹ ਤੋਂ ਮਾਸਕ ਲਾਤਾ, ਕਹਿੰਦਾ ਇੱਧਰ ਨੂੰ ਝਾਕ, ਇੱਧਰ ਗਾ, ਕਹਿੰਦਾ ਦੇਖ ਕੇ। ਤੇ ਇਹ ਨਹੀਂ ਪਤਾ ਹੁਣ ਅਗਲੇ ਨੇ ਜਾਣ ਕੇ ਕੀਤਾ ਜਾਂ ਕਿਵੇਂ ਕੀਤਾ, ਉਹ ਪੱਖ ਤੇ ਆਪਾਂ ਨਹੀਂ ਲੈ ਕੇ ਚੱਲਦੇ। ਪਰ ਗੱਲ ਮੈਂ ਉੱਥੇ ਜਾ ਕੇ ਫੇਰ ਮੁਕਾਉਣਾ ਵੀ ਹਾਂ, ਅਸੀਂ ਇਹਨਾਂ ਦੇ ਪਿੱਛੇ ਨਹੀਂ ਲੱਗਣਾ। ਸਾਡਾ ਕਿਰਦਾਰ ਕਰਨ ਵਾਲੇ ਲੋਕ ਕੁਝ ਹੋਰ ਨੇ। ਅਸੀਂ ਸਿੱਖ ਇਤਿਹਾਸ ਤੋਂ ਸਿੱਖੀਏ। ਅਸੀਂ ਚੰਗੀਆਂ ਕਿਤਾਬਾਂ ਪੜ੍ਹਨੀਆਂ ਛੱਡ ਦਿੱਤੀਆਂ। ਸਾਨੂੰ ਪਤਾ ਨਹੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕੀ ਸੀ, ਹਰੀ ਸਿੰਘ ਨਲੂਆ ਕੌਣ ਸੀ, ਅਕਾਲੀ ਫੂਲਾ ਸਿੰਘ ਵਰਗੇ ਸੂਰਮੇ ਕੌਣ ਸੀ। ਸਾਨੂੰ ਇਹਨਾਂ ਚੀਜ਼ਾਂ, ਸਿੱਖ ਮਿਸਲਾਂ ਦਾ ਇਤਿਹਾਸ ਕੀ ਸੀ, ਕਰਤਾਰ ਸਿੰਘ ਸਰਾਭੇ ਦੀ ਕੀ ਦੇਣ ਸੀ, ਛੋਟੀ ਜਿਹੀ ਉਮਰ ਦੇ ਵਿੱਚ ਕਿੱਥੋਂ ਚੱਲ ਕੇ ਆਇਆ। ਅਸੀਂ ਉਹਨਾਂ ਸੂਰਮਿਆਂ ਨੂੰ ਦੇਖ ਕੇ ਕਿਰਦਾਰ ਕਰਨਾ ਸੀ ਵੀਰੋ। ਅਸੀਂ ਹੋਰਾਂ ਨੂੰ ਦੇਖ ਕੇ ਕਿਰਦਾਰ ਕਰਨ ਲੱਗੇ ਹੋਏ ਆ, ਜਿਨ੍ਹਾਂ ਦੇ ਸਿਰ ਤੇ ਦਸਤਾਰ ਬੰਦੀ ਆ ਤੇ ਅੰਦਰੋਂ ਰੋਡੇ ਨੇ। ਜਿਨ੍ਹਾਂ ਦੇ ਸਿਰ ਤੇ ਦਸਤਾਰ ਬੰਦੀ ਹੈ ਤੇ ਥੱਲਿਓਂ ਹਜਾਮਤ ਕਰਵਾਈ ਹੋਈ ਹੈ, ਰੋਡੇ ਆ, ਤੇ ਦਾੜੀਆਂ ਇਸ ਢੰਗ ਦੇ ਨਾਲ ਕਟਾ ਕੇ। ਮੈਂ ਕੋਈ ਬਾਲ ਕੱਟੇ ਹੋਏ ਵੀਰ ਦਾ ਦਿਲ ਨਹੀਂ ਦਿਖਾਉਣਾ ਚਾਹੁੰਦਾ ਇੱਥੇ, ਉਹਦਾ ਦਿਲ ਨਹੀਂ ਦੁਖਣਾ ਚਾਹੀਦਾ। ਪਰ ਹਾਂ ਬਹੁ ਰੂਪੀਆ ਬਣ ਜਾਣਾ। ਹਾਂ ਜਿਹੜੇ ਕਟਿੰਗ ਵਾਲੇ ਵੀਰ ਨੇ ਉਹ ਬੜੇ ਚੰਗੇ ਵੀ ਹੁੰਦੇ ਨੇ, ਤੇ ਕਈ ਸਿਰ ਤੇ ਦਸਤਾਰਬੰਦੀ ਵਾਲੇ ਵੀ ਗਲਤ ਹੁੰਦੇ ਨੇ। ਇਹ ਤਾਂ ਇਨਸਾਨ ਹੈ ਨਾ, ਇੱਧਰਲੇ ਪਾਸੇ ਨੂੰ ਵੀ ਜਾ ਸਕਦਾ। ਇਨਸਾਨ ਦਾ ਕਿਰਦਾਰ ਜਿਹੜਾ ਹੈਗਾ ਉਹ ਚੰਗੇ ਲੋਕਾਂ ਦੇ ਵਿੱਚ ਬੈਠ ਕੇ ਬਣਨਾ, ਅਸੀਂ ਆਪਣਾ ਕਿਰਦਾਰ ਬਣਾਉਣਾ। ਪਰ ਇਹ ਬਹਿਰੂਪੀਆ ਤਲ ਜਿਹੜਾ ਦਿਖਾਇਆ ਜਾ ਰਿਹਾ ਵੀ ਉੱਪਰੋਂ ਚਿਣ ਕੇ ਦਸਤਾਰਬੰਦੀ ਹੈ ਤੇ ਅੰਦਰੋਂ ਟਿੰਡ ਕਢਾਈ ਹੈ, ਤੇ ਪੇਸ਼ ਅਸੀਂ ਕਰ ਰਹੇ ਹਾਂ ਦੁਨੀਆ ਦੇ ਵਿੱਚ ਵੀ ਹਾਂ ਵੀ ਇਹ ਸਰਦਾਰ ਹੁੰਦੇ ਨੇ। ਯਾਰ ਅਸੀਂ ਸਰਦਾਰ ਦੀ ਗਲਤ ਦੇਖੀ ਨਹੀਂ ਪੇਸ਼ ਕਰ ਰਹੇ, ਅਸੀਂ ਤਾਂ ਸਰਦਾਰ ਦੀ ਦੇਖੀ ਗਲਤ ਬਣਾਈ ਪਈ ਹੈ ਯਾਰ।
ਸਰਦਾਰ ਤਾਂ ਜਿਹੜਾ ਬੰਦ ਕੱਟਿਆ ਜਾਂਦਾ ਪਰ ਸਾਧ ਦੇ ਪੈਰਾਂ ਵਿੱਚ ਜਾ ਕੇ ਨਹੀਂ ਗਿਰਦਾ। ਸਰਦਾਰ ਤਾਂ ਸੀਸ ਦੇ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰਾ ਚੀਰਿਆ ਜਾਂਦਾ, ਪਰ ਇਹਨਾਂ ਸਾਧਿਆਂ ਦੇ, ਇਹਨਾਂ ਬਾਬਿਆਂ ਦੇ ਪੈਰਾਂ ਵਿੱਚ ਜਾ ਕੇ ਨਹੀਂ ਗਿਰਦਾ। ਤੇ ਅਸੀਂ ਤਾਂ ਜਾ ਕੇ ਗਿਰਦੇ ਹਾਂ ਵੀ ਹਾਂ ਵੀ ਉੱਥੇ ਪਤਾ ਨਹੀਂ ਕੋਈ ਇਲਾਹੀ ਚੀਜ਼ ਵਾਪਰ ਜਾਏਗੀ, ਕੋਈ ਇਦਾਂ ਦੀ ਉੱਥੇ ਸਾਨੂੰ ਜੋਤ ਮਿਲ ਜਾਣੀ ਹੈ ਵੀ ਸ਼ਾਇਦ ਹੁਣ ਸਾਡੇ ਖਾੜੇ ਜ਼ਿਆਦਾ ਲੱਗਣ ਲੱਗ ਜਾਣਗੇ, ਵੀ ਸ਼ਾਇਦ ਹੁਣ ਅਸੀਂ ਜ਼ਿਆਦਾ ਪ੍ਰਮੋਟ ਹੋ ਜਾਾਂਗੇ ਦੁਨੀਆ ਦੇ ਵਿੱਚ, ਹੁਣ ਸਾਡਾ ਨਾਮ ਚੱਲੇਗਾ, ਹਨਾ। ਮੁੱਕਦੀ ਗੱਲ ਵੀਰੋ ਉੱਥੇ ਹੈ, ਸਰਦਾਰ ਦਾ ਕਿਰਦਾਰ ਕੁਝ ਹੋਰ ਹੈ। ਨਿੱਕੂ ਸਰਦਾਰ ਨਹੀਂ, ਸਾਧ ਦੇ ਡੇਰੇ ਤੇ ਜਾ ਕੇ ਬੈਠਿਆ, ਠੀਕ ਹੈ। ਉੱਥੇ ਜਾ ਕੇ ਉਹਨੇ ਆਪਣੀ ਮੰਗ ਰੱਖੀ ਹੈ, ਉਹਨੂੰ ਸਰਦਾਰ ਨਾ ਸਮਝਿਆ ਜਾਵੇ। ਹਾਂ, ਉਹਦੇ ਨਾਲ ਜੇ ਉਹਦੇ ਨਾਲ ਕੁਝ ਗਲਤ ਹੋਇਆ, ਉਹਦੇ ਪੈਸੇ ਲੁੱਟੇ ਗਏ ਨੇ ਜਾਂ ਕਰਜ਼ਾ ਕੋਈ ਚੰਗੇ ਪਾਸੇ ਉਹਨੇ ਆਪਦੇ ਜਿਹੜੇ ਪੈਸੇ ਲਾਏ ਸੀ ਤੇ ਗਲਤ ਪਾਸੇ ਲੁੱਟ ਲਏ ਕਿਸੇ ਨੇ ਪੈਸੇ, ਫਿਰ ਆਪਾਂ ਮੰਨਦੇ ਹਾਂ। ਫਿਰ ਮੰਨ ਲਓ ਆਪਾਂ ਇਹ ਵੀ ਚਾਹੁੰਦੇ ਹਾਂ ਵੀ ਹਾਂ ਭਾਈ ਬੰਦੀ ਵੀ ਹੈਗੀ ਉਹਦੇ ਨਾਲ, ਵੀ ਪੈਸੇ ਭਾਈ ਬੰਦੇ ਦੇ ਕਿਤੇ ਫਸ ਗਏ, ਕਿਤੇ ਲੁੱਟ ਗਏ, ਕਿਸੇ ਨੇ ਲੁੱਟ ਲਏ, ਫਿਰ ਤੇ ਮੰਨੀਏ, ਹੈ ਨਾ। ਪਰ ਜਦੋਂ ਲੱਖਾਂ ਕਰੋੜਾਂ ਕਮਾਉਂਦੇ ਸੀ ਉਦੋਂ ਨਹੀਂ ਸੰਭਾਲੇ। ਚਾਦਰ ਦੇਖ ਕੇ ਪੈਰ ਪਸਾਰਨਾ ਚਾਹੀਦਾ ਸੀ। ਗਾਇਕੀ ਛੱਡੀ ਹੈ ਭਰਾ ਮੇਰਿਆ ਤੂੰ, ਤੇਰੇ ਨਾਲ ਦੇ ਅਜੇ ਵੀ ਬਹੁਤ ਸਾਰੇ ਗਾਇਕ, ਰਵਿੰਦਰ ਗਰੇਵਾਲ ਵਰਗੇ ਗਾਇਕ, ਹੋਰ ਅਨੇਕਾਂ ਗਾਇਕ, ਪਾਲੀ ਦੇਤਵਾਲੀਏ ਨੂੰ ਸੁਣੋ, ਉਹ ਤੁਹਾਡੇ ਵੇਲੇ ਦਾ ਹੀ ਹੈ ਨਾ। ਦੇਖ ਲਓ ਅਜੇ ਵੀ ਹੈਗਾ, ਕਾਮਯਾਬ ਹੈ ਬੰਦਾ। ਰਵਿੰਦਰ ਗਰੇਵਾਲ ਅਜੇ ਵੀ ਖਾੜੇ ਲੱਗਦੇ ਨੇ, ਅਜੇ ਵੀ ਕਾਮਯਾਬ ਹੈਗਾ। ਤੇਰੇ ਨਾਲ ਦੇ ਕਿਹੜੇ ਗਾਇਕ ਨੇ? ਦਲਜੀਤ ਦੋਸਾਂਝ ਕਿੱਥੇ ਤੱਕ ਪਹੁੰਚ ਗਿਆ, ਤੂੰ ਇਹਨਾਂ ਦੇ ਗਾਇਕਾਂ ਤੋਂ ਪਹਿਲਾਂ ਦਾ, ਠੀਕ ਹੈ ਨਾ। ਜੇ ਆਪਾਂ ਗਾਇਕੀ ਦੀ ਦੁਨੀਆ ਦੀ ਗੱਲ ਕਰਦੇ ਹਾਂ ਤਾਂ ਤੇਰੇ ਨਾਲ ਦੇ ਕਿੱਥੇ ਪਹੁੰਚੇ ਹੋਏ ਨੇ। ਪਰ ਸੋ ਵੀਰੋ, ਸਾਨੂੰ ਜਾਗਣਾ ਪੈਣਾ, ਸਾਨੂੰ ਸਮਝਣਾ ਪੈਣਾ। ਅਸੀਂ ਸਿੱਖਿਆ ਕਿਸੇ ਹੋਰ ਤੋਂ ਲੈਣੀ ਆ। ਉਹ ਬਾਬਿਆਂ ਦੇ ਜਾ ਕੇ ਬੈਠਿਆ, ਉਹਨੂੰ ਨਾ ਤੇ ਸਿੱਖੀ ਦੇ ਵੱਲ ਨੂੰ ਕੋਈ ਲਗਾਅ ਹੈਗਾ, ਨਾ ਉਹਨੂੰ ਧਰਮ ਦਾ ਕੋਈ ਮਤਲਬ ਹੈ। ਉਹ ਆਪਣਾ ਜਿਹੜਾ ਹੈਗਾ ਉੱਲੂ ਸਿੱਧਾ ਕਰਨ ਲਈ ਗਿਆ ਤੇ ਉਹਦਾ ਸਿੱਧਾ ਹੋ ਜਾਣਾ, ਬਾਬੇ ਦੇ ਦੁਬਾਰਾ ਫੇਰ ਨੰਬਰ ਬਣ ਜਾਣੇ ਨੇ। ਅਸੀਂ ਇੱਥੇ 4 ਦਿਨ ਲੜ ਕੇ ਮਰ ਜਾਣਾ, ਛਿੱਤਰੋ ਛਿੱਤਰੀ ਹੋ ਜਾਣਾ, ਇੱਕ ਦੂਜੇ ਨਾਲ ਬੋਲਣਾ ਛੱਡ ਦੇਣਾ, ਇੱਕ ਦੂਜੇ ਨਾਲ ਬੈਰ ਪਵਾ ਲੈਣਾ ਉਹਦੇ ਪਿੱਛੇ। ਸੋ ਵੀਰੋ ਆਹ ਦੇਖੋ, ਹੱਥ ਜੋੜ ਕੇ ਤਰਲਾ ਤੁਹਾਡੇ ਅੱਗੇ, ਜਾਗੋ, ਸਮਝੋ ਥੋੜਾ ਬਹੁਤ ਇਸ ਚੀਜ਼ ਨੂੰ, ਅਵੇਸਲੇ ਨਾ ਹੋਵੋ, ਐਵੇਂ ਨਾ ਲੜੀ ਜਾਓ ਕਿਸੇ ਗਾਇਕਾਂ ਦੇ ਪਿੱਛੇ। ਉਹਨਾਂ ਨੇ ਆਪਦਾ ਉੱਲੂ ਸਿੱਧਾ ਕਰਨਾ ਸੀ ਤੇ ਉਹਨੇ ਕਰ ਲਿਆ, ਖਾੜੇ ਉਹਦੇ ਲੱਗਣ ਲੱਗ ਜਾਣੇ ਨੇ, ਬਾਹਰਲੀ ਸਪੌਂਸਰ ਆ ਜਾਣੀ ਹੈ ਤੇ ਬਾਹਰ ਚਲੇ ਜਾਣਾ। ਤੁਸੀਂ ਇੱਥੋਂ ਪੱਗੋ ਪੱਗੂ ਹੀ ਹੋਏ ਫਿਰਨਾ ਇੱਕ ਦੂਜੇ ਨਾਲ। ਸੋ ਜਾਗੀਏ। ਬਹੁਤ ਬਹੁਤ ਧੰਨਵਾਦ ਜੀ।